Good morning, everyone. This is Sandeep Kaur, your social science teacher, and we are learning about our third chapter, that is constitutional design. In our last videos, we discussed about the making of Indian Constitution and Constituent Assembly of India. Okay, which compiled the Indian Constitution. And this video is about the guiding values of Indian Constitution. Okay, which are the main values which are inculcated in our Constitution. Okay, and which are base of our Indian Constitution. We will learn about all these guiding values. So first of all, the provision ਜਿਹੜੀਆਂ ਹੁੰਦੀਆਂ ਬੇਟਾ ਕੰਸਟੀਟਿਊਸ਼ਨ ਦੇ ਵਿੱਚ, ਠੀਕ ਹੈ, ਡਿਫਰੈਂਟ ਸਬਜੈਕਟਸ ਤੇ ਡਿਫਰੈਂਟ ਪ੍ਰੋਵੀਜ਼ਨਸ ਬਣਾਈਆਂ ਜਾਂਦੀਆਂ, ਠੀਕ ਹੈ। ਔਰ ਅਗਰ ਆਪਾਂ ਦੇਖੀਏ ਤਾਂ ਇਹਨਾਂ ਨੂੰ ਜਿਹੜਾ ਅੰਡਰਸਟੈਂਡ ਕਰਨਾ, ਓਵਰਆਲ ਅਗਰ ਆਪਾਂ ਅੰਡਰਸਟੈਂਡ ਕਰਦੇ ਤਾਂ ਆਪਾਂ ਨੂੰ ਇਹਦੇ ਵਿੱਚ ਕੁਝ ਬੇਸਿਕ ਵੈਲਿਊਜ਼ ਮਿਲਦੀਆਂ ਹੈ। ਜਿਵੇਂ ਆਪਾਂ ਇੰਡੀਅਨ ਕੰਸਟੀਟਿਊਸ਼ਨ ਨੂੰ ਦੇਖਦੇ ਹਾਂ ਜਾਂ ਆਪਾਂ ਇਹਦੇ ਡਿਫਰੈਂਟ ਆਰਟੀਕਲਸ ਨੂੰ ਪੜ੍ਹਦੇ ਤਾਂ ਆਪਾਂ ਨੂੰ ਮੇਨਲੀ ਕੀ ਪਤਾ ਲੱਗਦਾ ਹੈ ਕਿ ਇਹ ਕਾਹਦੇ ਤੇ ਬੇਸਡ ਹੈ, ਇਕੁਐਲਿਟੀ ਬੇਸਡ ਹੈ, ਔਰ ਜਿਹੜੇ ਸਿਟੀਜ਼ਨਸ ਨੇ ਉਹਨਾਂ ਨੂੰ ਫਰੀडम ਮਿਲੀ ਹੋਈ ਹੈ, ਇਕੁਐਲਿਟੀ ਮਿਲੀ ਹੋਈ ਹੈ, ਠੀਕ ਹੈ। ਸੋ ਇਵੇਂ ਦੇ ਜਿਹੜਾ ਹੈਗਾ ਹੈ ਉਹ ਮੇਜਰ ਇਹਦੀਆਂ ਵੈਲਿਊਜ਼ ਨੇ, ਠੀਕ ਹੈ। ਔਰ ਕਈ ਤਰ੍ਹਾਂ ਦੇ ਆਪਾਂ ਜਿਹੜੇ ਵਿਊਜ਼ ਨੇ ਉਹ ਪੜ੍ਹ ਸਕਦੇ ਹਾਂ ਡਿਫਰੈਂਟ ਲੀਡਰਸ ਦੇ, ਠੀਕ ਹੈ, ਜਿਹੜੇ ਆਪਣੇ ਕੰਸਟੀਟਿਊਸ਼ਨ ਦੇ ਬਾਰੇ ਵਿੱਚ ਦਿੱਤੇ ਹੋਏ ਨੇ, ਠੀਕ ਹੈ। ਸੋ ਡਿਫਰੈਂਟ ਤਰ੍ਹਾਂ ਦੇ ਗਾਈਡਿੰਗ ਵੈਲਿਊਜ਼ ਜਿਹੜੀਆਂ ਨੇ ਉਹਨਾਂ ਦੇ ਉੱਤੇ ਬੇਸਡ ਹੈ ਆਪਣਾ ਕੰਸਟੀਟਿਊਸ਼ਨ। ਫਸਟ ਕੀ ਹੈ, ਦ ਡਰੀਮ ਐਂਡ ਦ ਪ੍ਰੋਮਿਸ, ਠੀਕ ਹੈ। ਇਹਦੇ ਵਿੱਚ ਕੀ ਹੈ ਬੇਟਾ ਕਿ ਜੋ ਕੀ ਡਰੀਮ ਸੀਗਾ ਇੰਡੀਅਨ ਜਿਹੜੇ ਲੀਡਰ ਸੀਗੇ ਉਹਨਾਂ ਦਾ, ਜਾਂ ਇੰਡੀਅਨ ਲੋਕ ਸੀਗੇ ਉਹਨਾਂ ਦਾ ਕੀ ਡਰੀਮ ਸੀਗਾ, ਕਿਵੇਂ ਦਾ ਕੰਸਟੀਟਿਊਸ਼ਨ ਹੋਣਾ ਚਾਹੀਦਾ ਹੈ, ਠੀਕ ਹੈ। ਤੇ ਕਿਹੜੇ ਕਿਹੜੇ ਪ੍ਰੋਮਿਸਸ ਜਿਹੜੇ ਨੇ ਉਹ ਇਸ ਕੰਸਟੀਟਿਊਸ਼ਨ ਦੇ ਵਿੱਚ ਕੀਤੇ ਗਏ ਨੇ ਇਹਦੇ ਬਾਰੇ ਦੱਸਿਆ ਹੈ, ਠੀਕ ਹੈ। ਕਹਿੰਦੇ ਕਿ ਅਗਰ ਆਪਾਂ ਕਿਸੇ ਬਾਰੇ ਵੀ ਆਪਾਂ ਕੰਸਟੀਟਿਊਸ਼ਨ ਬਾਰੇ ਹੁਣ ਤੱਕ ਜਿੰਨਾ ਵੀ ਪੜ੍ਹਿਆ ਇਹਦੇ ਵਿੱਚੋਂ ਇੱਕ ਨਾਮ ਮਿਸ ਹੈ, ਉਹ ਕਿਹੜਾ ਹੈ, ਮਹਾਤਮਾ ਗਾਂਧੀ ਜੀ ਦਾ। ਔਰ ਮਹਾਤਮਾ ਗਾਂਧੀ ਜਿਹੜੇ ਸੀਗੇ ਉਹ ਕੰਸਟੀਟਿਊਐਂਟ ਅਸੈਂਬਲੀ ਦੇ ਮੈਂਬਰ ਨਹੀਂ ਸੀਗੇ, ਠੀਕ ਹੈ। ਲੇਕਿਨ ਬਹੁਤ ਸਾਰੇ ਐਵੇਂ ਦੇ ਮੈਂਬਰ ਸੀਗੇ ਕੰਸਟੀਟਿਊਐਂਟ ਅਸੈਂਬਲੀ ਦੇ ਵਿੱਚ ਜਿਹੜੇ ਕਿ ਮਹਾਤਮਾ ਗਾਂਧੀ ਜੀ ਦੇ ਵਿਚਾਰਾਂ ਤੋਂ ਪ੍ਰਭਾਵਿਤ ਸੀਗੇ ਜਾਂ ਉਹਨਾਂ ਨੂੰ ਫੋਲੋ ਕਰਦੇ ਸੀਗੇ। ਐਵੇਂ ਦੇ ਬਹੁਤ ਸਾਰੇ ਜਿਹੜੇ ਲੋਕ ਸੀਗੇ ਉਹ ਕੰਸਟੀਟਿਊਐਂਟ ਅਸੈਂਬਲੀ ਦੇ ਮੈਂਬਰ ਸੀਗੇ, ਠੀਕ ਹੈ। ਔਰ ਇੱਕ ਜਿਹੜਾ ਕੀ ਡਰੀਮ ਸੀਗੇ ਕੰਸਟੀਟਿਊਸ਼ਨ ਨੂੰ ਲੈ ਕੇ ਮਹਾਤਮਾ ਗਾਂਧੀ ਜੀ ਦੇ, ਕਿਵੇਂ ਦਾ ਕੰਸਟੀਟਿਊਸ਼ਨ ਨੂੰ ਚਾਹੁੰਦੇ ਸੀਗੇ, ਇਹਦੇ ਬਾਰੇ ਉਹਨਾਂ ਨੇ ਆਪਣੀ ਯੰਗ ਇੰਡੀਆ, ਉਹਨਾਂ ਦੀ ਇੱਕ ਮੈਗਜ਼ੀਨ ਸੀਗੀ, ਉਹਦੇ ਵਿੱਚ 1931 ਵਿੱਚ ਉਹਨਾਂ ਨੇ ਇਹਦੇ ਬਾਰੇ ਲਿਖਿਆ ਹੈ, ਠੀਕ ਹੈ, ਕਿ ਉਹ ਕਿਵੇਂ ਦਾ ਜਿਹੜਾ ਕੰਸਟੀਟਿਊਸ਼ਨ ਨੇ ਉਹ ਚਾਹੁੰਦੇ ਨੇ। ਇਹ ਬੇਟਾ ਤੁਹਾਡਾ ਹੋਮਵਰਕ ਹੈ, ਇਹਨੂੰ ਸਭ ਨੇ ਰੀਡ ਕਰਨਾ ਹੈ ਕਿ ਕੀ ਗਾਂਧੀ ਜੀ ਨੇ ਕਿਹਾ। ਇਹਦੇ ਤੋਂ ਨੀਚੇ ਇਹਦੇ ਨਾਲ ਹੀ ਇਸੇ ਤਰ੍ਹਾਂ ਦੇ ਕੁਝ ਵਿਊਜ਼ ਜਿਹੜੇ ਨੇ ਉਹ ਮਿਸਟਰ BR ਅੰਬੇਦਕਰ ਜੀ ਦੇ ਦਿੱਤੇ ਹੋਏ ਨੇ, ਡਾਕਟਰ BR ਅੰਬੇਦਕਰ ਜੀ ਦੇ, ਜਿਹੜੇ ਕਿ ਕੰਸਟੀਟਿਊਐਂਟ ਅਸੈਂਬਲੀ ਦੇ ਵਿੱਚ ਡਰਾਫਟਿੰਗ ਕਮੇਟੀ ਦੇ ਜਿਹੜੇ ਸੀਗੇ ਉਹ ਹੈੱਡ ਸੀਗੇ, ਜਿਨ੍ਹਾਂ ਨੇ ਸਾਰਾ ਕੰਸਟੀਟਿਊਸ਼ਨ ਜਿਹੜਾ ਹੈ ਉਹਨੂੰ ਡਰਾਫਟ ਬਣਾਇਆ ਉਹਦਾ, ਔਰ ਉਹਨੂੰ ਲਿਖ ਕੇ ਤਿਆਰ ਕੀਤਾ। ਇਹਨਾਂ ਦੇ ਜਿਹੜੇ ਹੈਗੇ ਨੇ BR ਅੰਬੇਦਕਰ ਜੀ ਦੇ ਵਿਚਾਰ ਨੇ। ਔਰ ਉਹਦੇ ਤੋਂ ਬਾਅਦ ਜਿਹੜਾ ਨੈਕਸਟ ਪੇਜ ਦੇ ਉੱਤੇ ਤੁਸੀਂ ਦੇਖ ਰਹੇ ਹੋ, ਇਹ ਮਿਸਟਰ ਜਵਾਹਰ ਲਾਲ ਨਹਿਰੂ ਜਿਹੜੇ ਕਿ ਸਾਡੇ ਫਸਟ ਪ੍ਰਾਈਮ ਮਿਨਿਸਟਰ ਸੀਗੇ, ਉਹਨਾਂ ਦੇ ਜਿਹੜੇ ਵਿਊਜ਼ ਨੇ ਉਹ ਦਿੱਤੇ ਹੋਏ ਨੇ ਕਿ ਉਹ ਕਿਵੇਂ ਦਾ ਕੰਸਟੀਟਿਊਸ਼ਨ ਚਾਹੁੰਦੇ ਆ। ਇਹ ਸਾਰਾ ਜਿਹੜੇ ਤਿੰਨੋਂ ਤਰ੍ਹਾਂ ਦੇ ਵਿਊਜ਼ ਨੇ, ਮਹਾਤਮਾ ਗਾਂਧੀ ਜੀ ਦੇ, BR ਅੰਬੇਦਕਰ ਜੀ ਦੇ ਔਰ ਜਵਾਹਰ ਲਾਲ ਨਹਿਰੂ ਦੇ, ਇਹ ਤਿੰਨੋਂ ਦੇ ਤਿੰਨੋਂ ਤੁਸੀਂ ਖੁਦ ਰੀਡ ਕਰਨੇ ਆ ਔਰ ਖੁਦ ਇਹਨਾਂ ਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰਨੀ ਹੈ, ਠੀਕ ਹੈ। ਇਹਦੇ ਵਿੱਚ ਕੁਝ ਸਪੈਸ਼ਲ ਹੋਰ ਨਹੀਂ ਹੈ, ਇਹ ਉਹੀ ਆਈਡੀਓਲੋਜੀ ਹੈ ਜੋ ਆਪਾਂ ਕੰਸਟੀਟਿਊਸ਼ਨ ਬਾਰੇ ਪੜ੍ਹ ਚੁੱਕੇ ਹਾਂ ਜਾਂ ਜੋ ਆਪਾਂ ਅੱਗੇ ਪੜ੍ਹਾਂਗੇ, ਠੀਕ ਹੈ। ਨੈਕਸਟ ਹੈ ਬੇਟਾ ਕਿ ਆਪਣੀ ਫਿਲੋਸਫੀ ਕੀ ਹੈ, ਆਪਣੇ ਕੰਸਟੀਟਿਊਸ਼ਨ ਦੀ ਫਿਲੋਸਫੀ ਕੀ ਹੈ, ਠੀਕ ਹੈ। ਕਿਵੇਂ ਦੀ ਫਿਲੋਸਫੀ ਦੇ ਉੱਤੇ ਆਪਣਾ ਕੰਸਟੀਟਿਊਸ਼ਨ ਜਿਹੜਾ ਹੈ ਉਹ ਬੇਸਡ ਹੈ, ਇਹਦੇ ਬਾਰੇ ਆਪਾਂ ਪੜ੍ਹਦੇ ਹਾਂ, ਠੀਕ ਹੈ। ਜਿਹੜੀ ਤੁਸੀਂ ਆ ਪ੍ਰੀਐਂਬਲ ਦੇਖ ਰਹੇ ਹੋ, ਵੀ ਦਾ ਪੀਪਲ ਆਫ ਯੂਨਾਈਟਿਡ ਸਟੇਟਸ, ਠੀਕ ਹੈ। ਇਹ ਜਿਹੜੀ ਪ੍ਰੀਐਂਬਲ ਹੈ, ਇਹ ਜਿਹੜੀ ਪ੍ਰਸਤਾਵਨਾ ਹੈ, ਇਹ ਹੈਗੀ ਹੈ ਅਮਰੀਕਨ ਕੰਸਟੀਟਿਊਸ਼ਨ ਦੀ ਹੈ, ਠੀਕ ਹੈ। ਆਪਾਂ ਜਿਹੜੀ ਪੜ੍ਹਨੀ ਹੈ ਉਹ ਕਿਹੜੀ ਪ੍ਰੀਐਂਬਲ ਹੈ, ਉਹ ਹੈ ਇੰਡੀਅਨ ਕੰਸਟੀਟਿਊਸ਼ਨ ਦੀ ਪ੍ਰੀਐਂਬਲ, ਜਿਹੜੀ ਕਿ ਨਾਲ ਵਾਲੇ ਪੇਜ ਦੇ ਉੱਤੇ ਦਿੱਤੀ ਹੋਈ ਹੈ, ਠੀਕ ਹੈ। ਇਹਨੂੰ ਵੀ ਤੁਸੀਂ ਰੀਡ ਕਰ ਸਕਦੇ ਹੋ, ਤੁਹਾਡੀ ਇੱਕ ਤਰੀਕੇ ਨਾਲ ਕਹਿ ਸਕਦੇ ਹੋ ਕਿ ਨੌਲੇਜ ਦੇ ਲਈ। ਉੱਪਰ ਵਾਲੀ ਜਿਹੜੀ ਬੇਟਾ ਅਮਰੀਕਾ ਦੀ ਕੰਸਟੀਟਿਊਸ਼ਨ ਦੀ ਪ੍ਰੀਐਂਬਲ ਹੈ, ਔਰ ਨੀਚੇ ਵਾਲੀ ਜਿਹੜੀ ਹੈ ਉਹ ਸਾਊਥ ਅਫਰੀਕਾ ਦੇ ਜਿਹੜੇ ਕੰਸਟੀਟਿਊਸ਼ਨ ਦੀ ਪ੍ਰੀਐਂਬਲ ਹੈ, ਠੀਕ ਹੈ। ਲੇਕਿਨ ਮੇਨਲੀ ਆਪਾਂ ਕਿਹੜੀ ਪੜ੍ਹਨੀ ਹੈ, ਆਪਾਂ ਆਪਣੇ ਇੰਡੀਅਨ ਕੰਸਟੀਟਿਊਸ਼ਨ ਦੀ ਜਿਹੜੀ ਪ੍ਰੀਐਂਬਲ ਹੈ ਉਹ ਪੜ੍ਹਨੀ। ਫਸਟ ਆਫ ਆਲ ਤੁਸੀਂ ਸੋਚੋਗੇ ਪ੍ਰੀਐਂਬਲ ਕੀ ਹੈ। ਪ੍ਰੀਐਂਬਲ ਕੀ ਹੁੰਦੀ ਬੇਟਾ, ਜਦੋਂ ਆਪਾਂ ਕੋਈ ਵੀ ਬੁੱਕ ਖੋਲਦੇ ਹਾਂ, ਜਨਰਲੀ ਤੁਹਾਡੀਆਂ ਇੰਨੇ ਟੈਕਸਟ ਬੁੱਕਸ ਨੇ, ਤੁਸੀਂ ਕੋਈ ਵੀ ਬੁੱਕ ਖੋਲਦੇ ਹੋ ਉਹਦੇ ਵਿੱਚ ਇੱਕ ਫਸਟ ਤੇ ਪੇਜ ਦਿੱਤਾ ਹੁੰਦਾ ਜਿਹਦੇ ਵਿੱਚ ਕੁਝ ਵਰਡਸ ਲਿਖੇ ਹੁੰਦੇ ਨੇ। ਜਿਵੇਂ ਆਪਾਂ ਇਹੀ ਬੁੱਕ ਦੇਖਦੇ ਹਾਂ ਜਿਹੜੀ ਆਪਣੇ ਕੋਲ ਹੈ, ਇਹਨੂੰ ਦੇਖਦੇ ਹਾਂ ਆਪਾਂ, ਠੀਕ ਹੈ। ਆ ਵੇਖੋ ਲਿਖਿਆ ਹੈ ਨਾ ਫੋਰਵਰਡ, ਠੀਕ ਹੈ। ਇਹ ਕੁਝ ਵਰਡਸ ਦਿੱਤੇ ਹੋਏ ਨੇ, ਇਹ ਲੈਟਰ ਫॉर ਯੂ, ਇਹ ਵੀ ਇੱਕ ਤਰ੍ਹਾਂ ਦੀ ਪ੍ਰੀਐਂਬਲ ਹੈ, ਠੀਕ ਹੈ।
ਹਾਊ ਟੂ ਯੂਜ਼ ਦਿਸ ਬੁੱਕ, ਚਲੋ ਇਹ ਤਾਂ ਇੱਕ ਤਰ੍ਹਾਂ ਦੀ ਐਡਵਾਈਜ਼ਰੀ ਹੈ, ਠੀਕ ਹੈ। ਸੋ ਆ ਜਿਹੜੇ ਵਰਡਸ ਨੇ 4 ਵਰਡਸ, ਠੀਕ ਹੈ, ਇਹ ਸਾਰੇ ਇਹ ਕੀ ਨੇ, ਇੱਕ ਤਰੀਕੇ ਨਾਲ ਇਸ ਬੁੱਕ ਦੀ ਕੀ ਹੈ, ਪ੍ਰੀਐਮਬਲ ਹੈ। ਇਹ ਕੀ ਸ਼ੋਅ ਕਰਦੇ ਪਏ ਨੇ ਕਿ ਇਸ ਬੁੱਕ ਦੇ ਵਿੱਚ ਅਸੀਂ ਕੀ ਦਿੱਤਾ ਹੈ ਔਰ ਕਿਹੜੀ ਬੇਸਿਸ ਦੇ ਉੱਤੇ ਇਸ ਬੁੱਕ ਨੂੰ ਬਣਾਇਆ ਹੈ, ਠੀਕ ਹੈ। ਇਸ ਬੁੱਕ ਦੀ ਵੀ ਇੱਕ ਤਰੀਕੇ ਦੀ ਇੰਟਰੋਡਕਸ਼ਨ ਹੈ ਇਸ ਬੁੱਕ ਦੀ, ਕਿ ਇਸ ਬੁੱਕ ਦੇ ਵਿੱਚ ਕੀ ਹੈ, ਕਿਹੜੇ ਬੇਸਿਸ ਤੇ ਬਣਾਇਆ ਗਿਆ ਹੈ, ਕੀ ਇਹਦਾ ਬੈਨੀਫਿਟਸ ਨੇ, ਸਭ ਕੁਛ ਹੈ, ਠੀਕ ਹੈ। ਇਸੇ ਤਰ੍ਹਾਂ ਜਿਹੜਾ ਆਪਣਾ ਕਨਸਟੀਟਿਊਸ਼ਨ ਜਦੋਂ ਬੇਟਾ ਸਟਾਰਟ ਹੁੰਦਾ ਹੈ, ਉਹਦੀ ਜਿਹੜੀ ਇੰਟਰੋਡਕਟਰੀ ਹੈ, ਪਹਿਲਾ ਜਿਹੜਾ ਪੇਜ ਹੈ ਉੱਤੇ ਉਹਦੀ ਇੱਕ ਤਰੀਕੇ ਨਾਲ ਇੰਟਰੋਡਕਸ਼ਨ ਦਿੱਤੀ ਗਈ ਹੈ ਆਪਣੇ ਕਨਸਟੀਟਿਊਸ਼ਨ ਦੀ, ਜਾਂ ਕਿਸੇ ਵੀ ਨੇਸ਼ਨ ਦਾ ਕਨਸਟੀਟਿਊਸ਼ਨ ਹੋਏ, ਜਿਹੜਾ ਫਸਟ ਪੇਜ ਹੁੰਦਾ ਹੈ ਉਹ ਕੀ ਹੁੰਦਾ, ਇੱਕ ਤਰ੍ਹਾਂ ਦਾ ਇੰਟਰੋਡਕਸ਼ਨ ਹੁੰਦਾ ਹੈ, ਠੀਕ ਹੈ। ਸੋ ਉਸ ਇੰਟਰੋਡਕਸ਼ਨ ਨੂੰ ਕੀ ਕਹਿੰਦੇ ਨੇ, ਪ੍ਰੀਐਮਬਲ ਕਹਿੰਦੇ ਨੇ, ਠੀਕ ਹੈ। ਸੋ ਇੰਡੀਅਨ ਪ੍ਰੀਐਮਬਲ ਕੀ ਹੈ, ਚਲੋ ਹੁਣ ਆਪਾਂ ਦੇਖਦੇ ਹਾਂ ਕਿ ਇੰਡੀਅਨ ਪ੍ਰੀਐਮਬਲ ਕੀ ਹੈ ਔਰ ਇਹਨੂੰ ਪੜ੍ਹਦੇ ਹਾਂ। ਦੇਖੋ, we the people of India having solemnly resolved to constitute India into a sovereign, socialist, secular, democratic republic, ठीक है। की कहते पे कि असी we मतलब असी द पीपल ऑफ इंडिया, असी भारत दे लोग, असी ये संकल्प करते हाँ, असी डिगनीफाइड वे दे नाल ये संकल्प करते हाँ कि असी भारत नूं एक किवें दा नेशन बना रहे हैं, एक सवर्जन मतलब जिहदे कोल अपनी सारी पावर अपने कोल है, कोई होर इहदी पावर नूं यूज़ नहीं कर रहा, ठीक है। सोशलिस्ट मतलब जिथे सारे लोग जिहड़े ने सोशली की ने, इक्वल ने, कोई भी उच्चा नहीं है, कोई भी नीवा नहीं है, सोशल स्टेटस सब दा की है, एक है। सवर्जन का बेटा अगर आप गल करिए दैन ਇਹਦਾ कि मेनली ਇਹਦਾ मीनिंग की ਹੁੰਦਾ है कि ਜਿਹਨੂੰ कोई ऑर्डर देने वाला नहीं है। अगर जिवें आप इंडिया की गल करिए दैन इंडिया किसी के ऑर्डरस नूं फॉलो नहीं कर रहा हुण, ठीक है। इंडिया की सारी पावर जिहड़ी है वो किहदे कोल है, उहदे कोल खुद है, और सारी पावर जिहड़ी है खुद इंडियन गवर्नमेंट जिहड़ी है यूज़ कर रही है। इंडिया जिहड़ी सरकार है वो बिल्कुल अपने जिहड़े इंडिपेंडेंटली डिसीजनस लै रही है, ना कि वो किसी के कहण दे डिसीजनस लैंदी है, ठीक है। किसी भी तरीके की अंदरूनी या बाहरी जिहड़ा दबाव या कोई होर अपने ते अथॉरिटी नहीं है। अपनी जिहड़ी गवर्नमेंट है बिल्कुल अपना नेशन की है इंडिपेंडेंट है, ठीक है। सोशलिस्ट मतलब इक्वैलिटी, सोशल इक्वैलिटी, ठीक है, और इकनॉमिक आल्सो कि जिहड़े किसी के कोल भी पैसा ज़्यादा ना होवे, थोड़ा ना होए, किसी का सोशल स्टेटस उच्चा ना होए, कोई नीवा ना होए, सारे की होण इक्वल होण, ये है सोशलिस्ट, ठीक है। सैकुलर मीनस धर्मनिरपेक्ष मीनस स्टेट का कोई भी जिहड़ा रिलीजन वो नहीं है। हर एक सिटीजन को ये लिबर्टी है कि वो अपनी मर्जी का रिलीजन फॉलो कर सकता है, लेकिन स्टेट किसी भी तरीके के रिलीजीअस मैटर्स में इंटरफेयर नहीं करेगा। डेमोक्रेटिक है, ठीक है, डेमोक्रेसी को अडोप्ट किया है आप इंडिया के। और रिपब्लिक है, रिपब्लिक की होंदा बेटा जिहदे वो वाला नेशन जिहदे हैड ऑफ द स्टेट इज इलैक्टेड बाय द पीपल, ठीक है, जिहदे जिहड़ा देश का मुखी है वो लोगों द्वारा चुने जाता है, उस नेशन को कहते हैं रिपब्लिक, ठीक है। सो इंडिया की एक सवर्जन, सोशलिस्ट, सेकुलर, डेमोक्रेटिक रिपब्लिक है, ठीक है। एंड टू सिक्योर टू ऑल इट्स सिटीजनस, ठीक है। और ये भारत जिहड़े सारे लोग ही ने इन्हां नूं सुरक्षित करने दे लई की प्रोवाइड किया गया, जस्टिस, जस्टिस किहड़ा, सोशल, इकनॉमिक एंड पोलीटिकल। सोशल जस्टिस का की मतलब है कि कोई भी उच्चा नीवा नहीं होएगा, किसी तरह की जात पात नहीं होएगी। इकनॉमिक जस्टिस मतलब हर एक को इक्वल अपॉर्चुनिटीज़ होणगियां, हर एक को इक्वल रिसोर्सिस होणगे, ठीक है। और पोलीटिकल जस्टिस मतलब हर कोई परसन जिहड़ा है उहदे कोल राइट टू वोट होएगा, और हर एक नूं ये राइट होएगा कि वो इलैक्शन कंटैसट कर सकते हैं, पोलीटिकल जिहड़े प्रोसैसिस ने उन्हां विच आप पार्टिसिपेट कर सकते हैं। नैक्सट है बेटा लिबर्टी, लिबर्टी ऑफ थॉट, एक्सप्रैशन, बिलीफ, फेथ एंड वर्शिप, ठीक है। किहड़ी फ्रीडम स्वतंत्रता आपां नूं मिली हुई है, लिबर्टी कहती फ्रीडम किहड़ी मिली हुई है, थॉट्स की। आप अपनी मर्जी नाल सोच सकते हैं, अपनी मर्जी के विचार रख सकते हैं, उन्होंने एक्सप्रैस कर सकते हैं, ठीक है। अपनी मर्जी नाल विश्वास बना सकते हैं अपने नाल, अपने विचारां दे उत्ते बेस, ठीक है। अपने विचार रख सकते हैं अपनी मर्जी नाल, साडे अपने विश्वास हो सकते हैं, ठीक है। और अपनी मर्जी की ही रिलीजन नूं फॉलो कर सकते हैं, आप कह सकते हैं। वर्शिप का मतलब की है, लिबर्टी ऑफ वर्शिप की है कि तुसीं अपनी मर्जी नाल जिहदी मर्जी पूजा करो, जिहदी मर्जी ना करो, कोई तुहानूं इनफोर्स नहीं कर सकेगा किसी स्पैसीफिक रिलीजन के लिए, ठीक है। इक्वैलिटी ऑफ
ਸਟੇਟਸ ਐਂਡ ਆਫ ਓਪਰਚੁਨਿਟੀ, ਯਾਨੀ ਕਿ ਹਰ ਇੱਕ ਪਰਸਨ ਜਿਹੜਾ ਹੈ ਉਹਦਾ ਸੋਸ਼ਲ ਸਟੇਟਸ ਕੀ ਹੈ, ਬਿਲਕੁਲ ਇਕੁਅਲ ਹੈ, ਕੋਈ ਵੀ ਪਰਸਨ ਉੱਚਾ ਜਾਂ ਨੀਵਾਂ ਨਹੀਂ ਹੈ, ਸਾਰੇ ਕੀ ਨੇ ਇੰਡੀਅਨ ਸਿਟੀਜ਼ਨਸ ਨੇ। ਔਰ ਓਪਰਚੁਨਿਟੀ ਇਕੁਐਲਿਟੀ ਆਫ ਓਪਰਚੁਨਿਟੀ ਕੀ ਹੈ ਬੇਟਾ ਕਿ ਜਿਹੜੇ ਸਾਰੇ ਲੋਕ ਨੇ, ਅਗਰ ਕੋਈ ਇਕਨੋਮਿਕ ਓਪਰਚੁਨਿਟੀ ਹੈ ਦੈਨ ਉਹਨੂੰ ਹਰ ਕੋਈ ਪਿਕ ਕਰ ਸਕਦਾ ਹੈ। ਸਿਰਫ ਇਸ ਕਰਕੇ ਕਿਸੇ ਨੂੰ ਡਿਸਕ੍ਰਿਮੀਨੇਟ ਨਹੀਂ ਕੀਤਾ ਜਾਏਗਾ ਕਿ ਉਹ ਸਪੈਸੀਫਿਕ ਕਾਸਟ ਤੋਂ ਹੈ ਜਾਂ ਕੋਈ ਐਵੇਂ ਦੇ ਜਿਹੜੇ ਡਿਫਰੈਂਸਸ ਨੇ ਉਹ ਨਹੀਂ ਹੋਣਗੇ। ਹਰ ਇੱਕ ਦੇ ਲਈ ਓਪਰਚੁਨਿਟੀਜ਼ ਜਿਹੜੀਆਂ ਉਹ ਕੀ ਹੋਣਗੀਆਂ, ਇਕੁਅਲ ਹੋਣਗੀਆਂ, ਠੀਕ ਹੈ। ਐਂਡ ਟੂ ਪ੍ਰਮੋਟ ਅਮੰਗ them all fraternity, assuring the dignity of the individual and unity and integrity of the nation। यानी कि fraternity की है कि बिल्कुल ਭਰਾਤਰੀ ਭਾਵ ਮਤਲਬ ਭਰਾਵਾਂ ਵਾਲਾ ਜਿਹੜੀ ਇੱਕ ਫੀਲਿੰਗ ਉਹ ਹੋਣੀ ਕਿ ਬਾਕੀ ਸਾਰੇ ਜਿਹੜੇ ਇੰਡੀਅਨਸ ਨੇ ਉਹ ਵੀ ਕੀ ਨੇ, ਸਾਡੇ ਭਰਾ ਭੈਣ ਨੇ, ਔਰ ਇਵੇਂ ਦੀ ਫੀਲਿੰਗ ਨੂੰ, ਭਾਈਚਾਰੇ ਦੀ ਫੀਲਿੰਗ ਨੂੰ ਲੈ ਕੇ ਜ਼ਿੰਦਗੀ ਜਿਉਣਾ। ਬਟ ਇਹਦੇ ਨਾਲ ਹੀ ਆਪਾਂ ਕੀ ਅਸ਼ੋਰ ਕਰ ਰਿਹਾ ਹੈ ਕੰਸਟੀਟਿਊਸ਼ਨ ਕਿ ਹਰ ਇੱਕ ਇੰਡੀਵਿਜੂਅਲ ਦੀ ਡਿਗਨਿਟੀ, ਮਤਲਬ ਹਰ ਇੱਕ ਦੀ ਸੈਲਫ ਰਿਸਪੈਕਟ ਜਿਹੜੀ ਉਹ ਕਾਇਮ ਰਹੇ, ਠੀਕ ਹੈ। ਔਰ ਨੇਸ਼ਨ ਦੀ ਜਿਹੜੀ ਯੂਨਿਟੀ ਐਂਡ ਇੰਟੈਗ੍ਰਿਟੀ ਹੈ ਉਹ ਵੀ ਕੀ ਰਹੇ, ਬਿਲਕੁਲ ਅਸ਼ੋਰ ਹੋਏ, ਉਹ ਵੀ ਬਿਲਕੁਲ ਕਾਇਮ ਰਹੇ। ਇਹ ਨਹੀਂ ਕਿ ਆਪਾਂ ਇੰਡੀਵਿਜੂਅਲ ਡਿਗਨਿਟੀ ਨੂੰ ਦੇਖਦੇ ਹੋਏ ਆਪਣੀ ਨੇਸ਼ਨ ਦੀ ਜਿਹੜੀ ਯੂਨਿਟੀ ਹੈ ਉਹਨੂੰ ਖਤਮ ਕਰ ਦਈਏ, ਜਾਂ ਨੇਸ਼ਨ ਦੀ ਯੂਨਿਟੀ ਨੂੰ ਕਾਇਮ ਕਰਨ ਦੇ ਲਈ ਜਾਂ ਇੰਟੈਗ੍ਰਿਟੀ ਨੂੰ ਕਾਇਮ ਕਰਨ ਦੇ ਲਈ ਆਪਾਂ ਜਿਹੜੀ ਇੱਕ ਪਰਸਨ ਦੀ ਸੈਲਫ ਰਿਸਪੈਕਟ ਆ ਉਹਨੂੰ ਠੇਸ ਪਹੁੰਚਾਈਏ। ਦੋਨਾਂ ਨੂੰ ਨਾਲ ਲੈ ਕੇ ਜਿਹੜਾ ਉਹ ਚੱਲੇਗਾ, ठीक है। in our constituent assembly this 26th day of November 1949, ठीक है, ਕਹਿੰਦੇ ਕਿ ਇਹ ਸਾਡੀ ਕੰਸਟੀਟਿਊਐਂਟ ਅਸੈਂਬਲੀ ਦੇ ਵਿੱਚ 26 ਨਵੰਬਰ 1949 ਨੂੰ do hereby adopt, enact and give to ourselves this constitution, ठीक है। ਕੀ ਕਹਿੰਦੇ ਆ ਕਿ ਅੱਜ 26 ਨਵੰਬਰ 26 ਨਵੰਬਰ ਕਹਿ ਲਓ, ਠੀਕ ਹੈ, 1949 ਨੂੰ ਅਸੀਂ ਮਤਲਬ ਜਿਹੜਾ ਹੈ ਜਿਵੇਂ ਆਪਾਂ ਸਟਾਰਟਿੰਗ 'ਚ ਪੜ੍ਹਿਆ ਕਿ ਇਹ ਸਾਰਾ ਕੁਝ ਕੌਣ ਕਹਿ ਰਿਹਾ ਹੈ, ਭਾਰਤ ਦੇ ਲੋਕ, ਅਸੀਂ ਭਾਰਤ ਦੇ ਲੋਕ, ਠੀਕ ਹੈ। ਸੋ ਭਾਰਤ ਦੇ ਲੋਕ ਜਿਹੜੇ ਆ ਉਹ 26 ਨਵੰਬਰ 1949 ਨੂੰ ਕੀ ਕਰ ਰਹੇ ਨੇ, ਕਨਸਟੀਟਿਊਸ਼ਨ ਨੂੰ ਅਡਾਪਟ ਕਰ ਰਹੇ ਨੇ, ਇਨੈਕਟ ਕਰ ਰਹੇ ਨੇ, ਤੇ ਔਰ ਆਪਣੇ ਆਪ ਨੂੰ ਇਹ ਦੇ ਰਹੇ ਨੇ, ਕੀ ਦੇ ਰਹੇ ਨੇ, ਕਨਸਟੀਟਿਊਸ਼ਨ, ਠੀਕ ਹੈ। ਇਹ ਬਿਲਕੁਲ ਬੇਟਾ ਆਪਣੀ ਪ੍ਰੀਐਮਬਲ ਹੈ, ਆਪਣੀ ਕਨਸਟੀਟਿਊਸ਼ਨ ਦੀ ਇੰਟਰੋਡਕਸ਼ਨ ਹੈ, ਜਿੱਥੋਂ ਆਪਾਂ ਨੂੰ ਪਤਾ ਲੱਗਦਾ ਕਿ ਆਪਣੀ ਕਨਸਟੀਟਿਊਸ਼ਨ ਵਿੱਚ ਜਿਹੜੇ ਆਰਟੀਕਲਸ ਨੇ ਉਹ ਕਾਹਦੇ ਤੇ ਬੇਸਡ ਨੇ। ਅਗਰ ਜਸਟਿਸ ਪ੍ਰੋਵਾਈਡ ਕੀਤਾ ਗਿਆ ਹੈ ਦੈਨ ਕੋਈ ਵੀ ਐਵੇਂ ਦਾ ਆਰਟੀਕਲ ਤੁਹਾਨੂੰ ਆਪਣੇ ਕਨਸਟੀਟਿਊਸ਼ਨ ਵਿੱਚ ਕੋਈ ਵੀ ਐਵੇਂ ਦੀ ਪ੍ਰੋਵੀਜ਼ਨ ਨਹੀਂ ਮਿਲੇਗੀ ਜਿੱਥੇ ਤੁਹਾਨੂੰ ਸੋਸ਼ਲ ਇਕਨੋਮਿਕ ਜਸਟਿਸ, ਇਕਨੋਮਿਕ ਜਾਂ ਪੋਲੀਟੀਕਲ ਜਸਟਿਸ ਦੇ ਮਤਲਬ ਵਿਰੁੱਧ ਕੋਈ ਤੁਹਾਨੂੰ ਐਵੇਂ ਦੀ ਆਰਟੀਕਲ ਮਿਲੇ, ਪ੍ਰੋਵੀਜ਼ਨ ਮਿਲੇਗੀ ਜਿੱਥੇ ਤੁਹਾਨੂੰ ਲੱਗੇ ਕਿ ਜਸਟਿਸ ਇਹ ਨਹੀਂ ਮਿਲ ਰਿਹਾ, ਜਾਂ ਲਿਬਰਟੀ ਦੇ ਵਿੱਚ ਕੋਈ ਤਰ੍ਹਾਂ ਦੀ ਪ੍ਰੋਵੀਜ਼ਨਸ ਤੇ ਕੋਈ ਹਿੰਡਰੈਂਸ ਕ੍ਰੀਏਟ ਹੋ ਰਹੀ ਹੈ, ਇਕੁਐਲਿਟੀ, ਫਰੈਟਰਨਿਟੀ, ਠੀਕ ਹੈ। ਇਹ ਸਾਰੇ ਦੇ ਸਾਰੇ ਜਿਹੜੀਆਂ ਵੈਲਿਊਜ਼ ਨੇ, ਇਹ ਸਾਰੀਆਂ ਗਾਈਡਿੰਗ ਵੈਲਿਊਜ਼ ਨੇ ਜਿਨ੍ਹਾਂ ਨੂੰ ਅਡੋਪਟ ਕੀਤਾ ਗਿਆ ਹੈ ਆਪਣੇ ਕਨਸਟੀਟਿਊਸ਼ਨ ਦੇ ਵਿੱਚ, ਔਰ ਇਹਨਾਂ ਦੇ ਅਕੋਰਡਿੰਗ ਹੀ ਆਲਮੋਸਟ ਜਿਹੜਾ ਆਪਣਾ ਕਨਸਟੀਟਿਊਸ਼ਨ ਹੈ ਉਹਨੂੰ ਪ੍ਰਪੇਅਰ ਕੀਤਾ ਗਿਆ ਹੈ, ਠੀਕ ਹੈ। ਥੈਂਕ ਯੂ।